ਡੀਅਰ ਸਟੂਡੈਂਟਸ, ਇਸ ਕੁਐਸਚਨ ਵਿੱਚ ਅਸੀਂ ਚਰਚਾ ਕਰਾਂਗੇ ਕਿ ਰਾਜਾਂ ਦੇ ਜੋ ਰਾਸ਼ਟਰੀ ਸ਼ਕਤੀ ਹੁੰਦੀ ਹੈ, ਕਿਉਂਕਿ ਸਾਰੇ ਰਾਜਾਂ ਦੀ ਰਾਸ਼ਟਰੀ ਸ਼ਕਤੀ ਸਮਾਨ ਨਹੀਂ ਹੁੰਦੀ, ਕਿ ਰਾਜ ਆਪਣੀ ਰਾਸ਼ਟਰੀ ਸ਼ਕਤੀ ਦੀ ਵਰਤੋਂ ਆਪਣੀ ਇੱਛਾ ਅਨੁਸਾਰ ਕਰਨ ਲਈ ਸੁਤੰਤਰ ਹੁੰਦੇ ਹਨ ਜਾਂ ਉਹਨਾਂ ਦੀ ਰਾਸ਼ਟਰੀ ਸ਼ਕਤੀ ਦੀ ਵਰਤੋਂ ਤੇ ਕੁਝ ਰੋਕਾਂ ਵੀ ਹੁੰਦੀਆਂ। ਅੰਤਰਰਾਸ਼ਟਰੀ ਰਾਜਨੀਤੀ ਨੂੰ ਸ਼ਕਤੀ ਲਈ ਸੰਘਰਸ਼ ਸਟਰਗਲ ਫਾਰ ਪਾਵਰ ਕਿਹਾ ਜਾਂਦਾ ਹੈ। ਇਸ ਦਾ ਭਾਵ ਹੈ ਕਿ ਰਾਜ ਜੋ ਆਪਸੀ ਸੰਬੰਧ ਮੇਨਟੇਨ ਕਰਦੇ ਨੇ, ਸੰਬੰਧ ਬਣਾਉਂਦੇ ਨੇ, ਉਹ ਆਪਣੀ ਰਾਸ਼ਟਰੀ ਸ਼ਕਤੀ ਦੇ ਆਧਾਰ ਤੇ ਬਣਾਉਂਦੇ ਨੇ ਅਤੇ ਆਪਣੀ ਰਾਸ਼ਟਰੀ ਸ਼ਕਤੀ ਵਿੱਚ ਹੋਰ ਵਾਧਾ ਕਰਨ ਲਈ ਉਹਨਾਂ ਸੰਬੰਧਾਂ ਨੂੰ ਚਲਾਉਂਦੇ ਨੇ। ਆਪਣੀ ਕੋਈ ਵੀ ਗਤੀਵਿਧੀ ਆਪਣੀ ਰਾਸ਼ਟਰੀ ਸ਼ਕਤੀ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਨੇ। ਪਰੰਤੂ ਜੇਕਰ ਰਾਜ ਪੂਰੀ ਤਰ੍ਹਾਂ ਸੁਤੰਤਰ ਹੋਣ ਆਪਣੀ ਰਾਸ਼ਟਰੀ ਸ਼ਕਤੀ ਦੀ ਵਰਤੋਂ ਕਿਸੇ ਵੀ ਤਰੀਕੇ ਨਾਲ ਕਰਨ ਲਈ, ਤਾਂ ਵਿਸ਼ਵ ਦੇ ਵਿੱਚ ਜਿਹੜੀ ਸ਼ਾਂਤੀ ਹੈ, ਸੁਰੱਖਿਆ ਹੈ, ਉਹ ਖਤਰੇ ਵਿੱਚ ਪੈ ਸਕਦੀ ਹੈ। ਇਸ ਲਈ ਰਾਜਾਂ ਤੇ ਕੁਝ ਇਸ ਤਰ੍ਹਾਂ ਦੀਆਂ ਰੋਕਾਂ ਹਨ ਜਿਹੜੀਆਂ ਰਾਜਾਂ ਨੂੰ ਵਰਜਿਤ ਕਰਦੀਆਂ ਹਨ ਕਿ ਤੁਸੀਂ ਆਪਣੀ ਰਾਸ਼ਟਰੀ ਸ਼ਕਤੀ ਦੀ ਵਰਤੋਂ ਆਪਣੀ ਇੱਛਾ ਅਨੁਸਾਰ ਨਹੀਂ ਕਰ ਸਕਦੇ। ਰਾਜਾਂ ਦੁਆਰਾ ਆਪਣੀ ਰਾਸ਼ਟਰੀ ਸ਼ਕਤੀ ਦੀ ਆਪਣੀ ਮਨਮਰਜ਼ੀ ਨਾਲ ਵਰਤੋਂ ਕੀਤੇ ਜਾਣ ਤੇ ਇੱਕ ਬਹੁਤ ਵੱਡੀ ਰੋਕ ਲਗਾਉਂਦੇ ਹਨ ਅੰਤਰਰਾਸ਼ਟਰੀ ਸੰਗਠਨ, ਵਿਸ਼ੇਸ਼ ਕਰਕੇ ਜੋ ਵਿਸ਼ਵ ਪੱਧਰੀ ਅੰਤਰਰਾਸ਼ਟਰੀ ਸੰਗਠਨ ਹਨ। ਜਿਵੇਂ ਪਹਿਲਾਂ 1919 ਦੇ ਵਿੱਚ ਲੀਗ ਆਫ ਨੇਸ਼ਨ ਦੀ ਸਥਾਪਨਾ ਕੀਤੀ ਗਈ ਸੀ, ਜਿਸ ਨੇ 1920 ਵਿੱਚ ਆਪਣਾ ਕਾਰਜ ਸ਼ੁਰੂ ਕੀਤਾ। ਫਿਰ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਸੰਯੁਕਤ ਰਾਸ਼ਟਰ ਦਾ ਜਨਮ ਹੋਇਆ। ਸੰਯੁਕਤ ਰਾਸ਼ਟਰ ਤੇ ਲੀਗ ਆਫ ਨੇਸ਼ਨ ਦੋਹਾਂ ਦਾ ਮੁੱਖ ਉਦੇਸ਼ ਵਿਸ਼ਵ ਦੇ ਵਿੱਚ ਸ਼ਾਂਤੀ ਕਾਇਮ ਰੱਖਣਾ ਹੈ ਅਤੇ ਵਿਸ਼ਵ ਵਿੱਚ ਸ਼ਾਂਤੀ ਕਾਇਮ ਰੱਖਣ ਲਈ ਜ਼ਰੂਰੀ ਹੈ ਕਿ ਰਾਜਾਂ ਦੁਆਰਾ ਮਨਮਰਜ਼ੀ ਨਾਲ ਆਪਣੀ ਸ਼ਕਤੀ ਦੀ ਵਰਤੋਂ ਕੀਤੇ ਜਾਣ ਤੇ ਰੋਕਾਂ ਲਗਾਈਆਂ ਜਾਣ। ਇਹ ਦੋਵੇਂ ਸੰਗਠਨਾਂ ਨੇ ਇਸ ਸੰਬੰਧੀ ਕੁਝ ਵਿਵਸਥਾਵਾਂ ਕੀਤੀਆਂ ਨੇ ਆਪਣੇ ਚਾਰਟਰ ਦੇ ਵਿੱਚ। ਪਹਿਲਾਂ ਲੀਗ ਆਫ ਨੇਸ਼ਨ ਨੇ ਕੀਤੀਆਂ ਸੀ, ਹੁਣ ਸੰਯੁਕਤ ਰਾਸ਼ਟਰ ਨੇ ਕੀਤੀਆਂ ਨੇ। ਉਹਨਾਂ ਵਿਵਸਥਾਵਾਂ ਨੇ ਰਾਜਾਂ ਦੁਆਰਾ ਆਪਣੀ ਮਨਮਰਜ਼ੀ ਨਾਲ ਆਪਣੀ ਸ਼ਕਤੀ ਦੀ ਵਰਤੋਂ ਕੀਤੇ ਜਾਣ ਤੇ ਰੋਕ ਲਗਾਈ ਹੈ। ਰਾਜਾਂ ਦੁਆਰਾ ਆਪਣੀ ਮਨਮਰਜ਼ੀ ਨਾਲ ਸ਼ਕਤੀ ਦੀ ਵਰਤੋਂ ਕੀਤੇ ਜਾਣ ਤੇ ਦੂਸਰੀ ਪ੍ਰਭਾਵਸ਼ਾਲੀ ਰੋਕ ਹੈ ਅੰਤਰਰਾਸ਼ਟਰੀ ਕਾਨੂੰਨ, ਇੰਟਰਨੈਸ਼ਨਲ ਲਾਅ। ਜਿਵੇਂ ਰਾਜਾਂ ਦੇ ਵਿੱਚ ਕਾਨੂੰਨ ਹੁੰਦੇ ਨੇ ਮਨੁੱਖਾਂ ਦੇ ਜਾਂ ਸੰਸਥਾਵਾਂ ਦੇ ਆਪਸੀ ਸੰਬੰਧਾਂ ਨੂੰ ਰੈਗੂਲੇਟ ਕਰਨ ਲਈ, ਉਸੇ ਹੀ ਤਰ੍ਹਾਂ ਰਾਜਾਂ ਦੇ ਸੰਬੰਧਾਂ ਨੂੰ ਰੈਗੂਲੇਟ ਕਰਨ ਲਈ ਅੰਤਰਰਾਸ਼ਟਰੀ ਕਾਨੂੰਨ ਹੁੰਦੇ ਨੇ। ਅੰਤਰਰਾਸ਼ਟਰੀ ਕਾਨੂੰਨ ਬੇਸ਼ੱਕ ਉਹਨੇ ਕਾਰਗਰ ਨਹੀਂ ਹੁੰਦੇ ਜਿੰਨੇ ਮਿਊਨਿਸਪਲ ਕਾਨੂੰਨ ਜਾਂ ਰਾਜਾਂ ਦੇ ਅੰਦਰੂਨੀ ਕਾਨੂੰਨ ਹੁੰਦੇ ਨੇ, ਪਰ ਫਿਰ ਵੀ ਕਾਫੀ ਹੱਦ ਤੱਕ ਅੰਤਰਰਾਸ਼ਟਰੀ ਕਾਨੂੰਨ ਪ੍ਰਭਾਵ ਪਾਉਂਦੇ ਨੇ ਰਾਜਾਂ ਦੀ ਵਰਕਿੰਗ ਤੇ, ਅਤੇ ਰਾਜਾਂ ਦੀ ਜੋ ਸ਼ਕਤੀ ਦੀ ਵਰਤੋਂ ਹੈ ਉਸ ਨੂੰ ਰੈਗੂਲੇਟ ਕਰਨ ਦੇ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ। ਅੰਤਰਰਾਸ਼ਟਰੀ ਕਾਨੂੰਨ ਦੇ ਜੋ ਮੁੱਖ ਸੋਮੇ ਨੇ ਉਹ ਹਨ ਅੰਤਰਰਾਸ਼ਟਰੀ ਨੈਤਿਕਤਾ, ਕੁਦਰਤੀ ਕਾਨੂੰਨ, ਵਿਸ਼ਵ ਜਨਮਤ, ਅੰਤਰਰਾਸ਼ਟਰੀ ਸੰਧੀਆਂ ਅਤੇ ਸਮਝੌਤੇ ਆਦਿ। ਇਹਨਾਂ ਸਾਰਿਆਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਮਹੱਤਵਪੂਰਨ ਜਾਂ ਸਭ ਤੋਂ ਜ਼ਿਆਦਾ ਕਾਰਗਰ ਜੋ ਸੋਮੇ ਨੇ ਅੰਤਰਰਾਸ਼ਟਰੀ ਕਾਨੂੰਨ ਦੇ, ਉਹ ਹਨ ਅੰਤਰਰਾਸ਼ਟਰੀ ਸੰਧੀਆਂ ਅਤੇ ਸਮਝੌਤੇ। ਕਿਸੇ ਅੰਤਰਰਾਸ਼ਟਰੀ ਸੰਧੀ ਜਾਂ ਸਮਝੌਤੇ ਤੇ ਜਿਸ ਰਾਜ ਨੇ ਹਸਤਾਖਰ ਕੀਤੇ ਹੋਣ, ਉਸ ਰਾਜ ਲਈ ਉਸ ਸੰਧੀ ਜਾਂ ਸਮਝੌਤੇ ਨੂੰ ਕਾਨੂੰਨ ਵਾਂਗ ਹੀ ਮੰਨਣਾ ਜ਼ਰੂਰੀ ਹੁੰਦਾ ਹੈ। ਇਹ ਕਿਸ ਸੰਬੰਧੀ ਹਨ? ਮੁੱਖ ਤੌਰ ਤੇ ਜੋ ਅੰਤਰਰਾਸ਼ਟਰੀ ਕਾਨੂੰਨ ਹਨ, ਇਹ ਜ਼ਿਆਦਾਤਰ ਉਹਨਾਂ ਖੇਤਰਾਂ ਨਾਲ ਸੰਬੰਧਿਤ ਹਨ ਜਿਨ੍ਹਾਂ ਦਾ ਸੰਬੰਧ ਇੱਕ ਤੋਂ ਜ਼ਿਆਦਾ ਰਾਜਾਂ ਨਾਲ ਹੈ। ਜਿਵੇਂ ਸਮੁੰਦਰ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ, ਕਿਹੜਾ ਰਾਜ ਕਿੱਥੋਂ ਤੱਕ ਸਮੁੰਦਰ ਦੀ ਵਰਤੋਂ ਕਰ ਸਕਦਾ ਹੈ। ਰਾਜਦੂਤਾਂ ਸੰਬੰਧੀ ਨਿਯਮ, ਅੰਬੈਸਡਰਸ ਨੇ ਜੋ ਇੱਕ ਰਾਜ ਦੇ ਦੂਸਰੇ ਰਾਜ ਵਿੱਚ ਜਾਂਦੇ ਨੇ, ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਸੁਰੱਖਿਆਤਾਵਾਂ, ਕਿਹੜੀਆਂ-ਕਿਹੜੀਆਂ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣਗੀਆਂ। ਯੁੱਧ ਦੇ ਸਮੇਂ ਉਹਨਾਂ ਨਾਲ ਕਿਸ ਤਰ੍ਹਾਂ ਦਾ ਬਿਹੇਵ ਕੀਤਾ ਜਾ ਸਕਦਾ ਹੈ, ਕਿਸ ਤਰ੍ਹਾਂ ਦਾ ਨਹੀਂ ਕੀਤਾ ਜਾ ਸਕਦਾ। ਯੁੱਧ ਦੌਰਾਨ ਵੀ ਕਿਹੜੇ-ਕਿਹੜੇ ਕੰਮ ਨੇ ਜਿਹੜੇ ਨਹੀਂ ਕੀਤੇ ਜਾ ਸਕਦੇ। ਬੇਸ਼ੱਕ ਯੁੱਧ ਚੱਲ ਰਿਹਾ ਦੋ ਰਾਜਾਂ ਦਾ, ਪਰੰਤੂ ਫਿਰ ਵੀ ਕੁਝ ਕਾਰਵਾਈਆਂ ਨੇ ਜਿਹੜੀਆਂ ਉਹ ਪ੍ਰਤੀਬੰਧਿਤ ਹੁੰਦੀਆਂ ਨੇ, ਪ੍ਰੋਹਿਬਿਟਡ ਹੁੰਦੀਆਂ ਨੇ, ਜਿਹੜੀਆਂ ਰਾਜ ਨਹੀਂ ਕਰ ਸਕਦੇ। ਹਵਾਈ ਸੇਵਾਵਾਂ ਸੰਬੰਧੀ ਨਿਯਮ ਬਣੇ ਹੋਏ ਨੇ। ਇਹ ਸਾਰੇ ਖੇਤਰ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦਾ ਸੰਬੰਧ ਮਲਟੀਪਲ ਸਟੇਟਸ ਨਾਲ ਹੁੰਦਾ। ਇਸ ਲਈ ਅੰਤਰਰਾਸ਼ਟਰੀ ਕਾਨੂੰਨ ਇਹਨਾਂ ਪੱਖਾਂ ਨੂੰ ਰੈਗੂਲੇਟ ਕਰਦਾ ਹੈ, ਰਾਜਾਂ ਦੁਆਰਾ ਸ਼ਕਤੀ ਦੀ ਮਨਮਰਜ਼ੀ ਨਾਲ ਵਰਤੋਂ ਕੀਤੇ ਜਾਣ ਤੇ ਰੋਕ ਲਗਾਉਂਦਾ। ਅੰਤਰਰਾਸ਼ਟਰੀ ਨੈਤਿਕਤਾ ਜਾਂ ਮਨੁੱਖੀ ਨੈਤਿਕਤਾ ਵੀ ਰਾਜਾਂ ਦੁਆਰਾ ਸ਼ਕਤੀ ਦੀ ਮਨਮਰਜ਼ੀ ਨਾਲ ਵਰਤੋਂ ਕੀਤੇ ਜਾਣ ਤੇ ਇੱਕ ਬਹੁਤ ਪ੍ਰਭਾਵਸ਼ਾਲੀ ਰੋਕ ਹੈ। ਜਿਵੇਂ ਮਨੁੱਖੀ ਸੰਬੰਧਾਂ ਨੂੰ ਹਮੇਸ਼ਾ ਕਾਨੂੰਨ ਹੀ ਰੈਗੂਲੇਟ ਨਹੀਂ ਕਰਦੇ, ਮਨੁੱਖੀ ਸੰਬੰਧਾਂ ਨੂੰ ਕਾਫੀ ਹੱਦ ਤੱਕ ਮਨੁੱਖੀ ਨੈਤਿਕਤਾ ਵੀ ਰੈਗੂਲੇਟ ਕਰਦੀ ਹੈ। ਜਿਵੇਂ ਸਾਨੂੰ ਵੱਡਿਆਂ ਨਾਲ ਕਿਸ ਤਰ੍ਹਾਂ ਬਿਹੇਵ ਕਰਨਾ ਚਾਹੀਦਾ ਹੈ, ਛੋਟਿਆਂ ਨਾਲ ਕਿਸ ਤਰ੍ਹਾਂ ਬਿਹੇਵ ਕਰਨਾ ਚਾਹੀਦਾ ਹੈ। ਇਹ ਸਾਰੇ ਜਿਹੜੇ ਸਾਡੇ ਸੰਬੰਧ ਨੇ, ਇਹ ਕਾਨੂੰਨ ਦੁਆਰਾ ਰੈਗੂਲੇਟ ਨਹੀਂ ਹੁੰਦੇ, ਇਹ ਨੈਤਿਕਤਾ ਦੁਆਰਾ ਰੈਗੂਲੇਟ ਕੀਤੇ ਜਾਂਦੇ ਨੇ। ਇਸੇ ਤਰ੍ਹਾਂ ਅੰਤਰਰਾਸ਼ਟਰੀ ਪੱਧਰ ਤੇ ਰਾਜਾਂ ਦੇ ਜਿਹੜੇ ਸੰਬੰਧ ਨੇ, ਉਹਨਾਂ ਨੂੰ ਅੰਤਰਰਾਸ਼ਟਰੀ ਨੈਤਿਕਤਾ
ਕਾਫੀ ਹੱਦ ਤੱਕ ਰੈਗੂਲੇਟ ਕਰਦੀ ਹੈ। ਜਿਵੇਂ ਅੰਤਰਰਾਸ਼ਟਰੀ ਨੈਤਿਕਤਾ ਦੇ ਜਿਹੜੇ ਪੂਰੇ ਵਿਸ਼ਵ ਵਿੱਚ ਮੰਨੇ ਹੋਏ ਨਿਯਮ ਨੇ, ਜਿਨ੍ਹਾਂ ਬਾਰੇ ਕੋਈ ਸੰਦੇਹ ਨਹੀਂ ਹੈ, ਉਹ ਗਿਣੇ ਜਾ ਸਕਦੇ ਨੇ। ਜਿਵੇਂ ਕੋਈ ਵੀ ਰਾਜ ਹੈ ਜਿਹੜਾ ਉਹ ਹਿੰਸਾ ਦਾ ਵਿਰੋਧ ਕਰਦਾ, ਕੋਈ ਰਾਜ ਹਿੰਸਾ ਦਾ ਉਹ ਖੁੱਲ੍ਹੇ ਤੌਰ 'ਤੇ ਸਮਰਥਨ ਨਹੀਂ ਕਰ ਸਕਦਾ। ਸਾਰੇ ਰਾਜ ਨੇ ਜਿਹੜੇ ਆਪਸੀ ਸਹਿ ਹੋਣ ਦੀ ਭਾਵਨਾ ਦੇ ਵਿੱਚ ਵਿਸ਼ਵਾਸ ਰੱਖਦੇ ਨੇ। ਸਾਰੇ ਰਾਜ ਨੇ ਜਿਹੜੇ ਮਨੁੱਖਤਾਵਾਦ ਵਿੱਚ ਵਿਸ਼ਵਾਸ ਰੱਖਦੇ ਨੇ। ਸਮੁੱਚੀ ਮਨੁੱਖਤਾ ਜਿਹੜੀ ਮਨੁੱਖੀ ਅਧਿਕਾਰਾਂ ਦਾ ਸਨਮਾਨ ਕਰਦੀ ਆ। ਸਮੁੱਚੀ ਮਨੁੱਖਤਾ ਜਾਂ ਸਾਰੇ ਰਾਜ ਨੇ ਜਿਹੜੇ ਵਿਸ਼ਵ ਭਾਈਚਾਰੇ ਅਤੇ ਸ਼ਾਂਤੀ ਨੂੰ ਕਾਇਮ ਰੱਖਣ ਲਈ ਵਚਨਬੱਧ ਨੇ। ਬੈਲੈਂਸ ਆਫ ਪਾਵਰ ਜਾਂ ਸ਼ਕਤੀ ਸੰਤੁਲਨ ਵੀ ਰਾਜਾਂ ਦੀ ਮਨਮਰਜ਼ੀ ਤੇ ਰੋਕ ਲਗਾਉਂਦਾ ਹੈ। ਸ਼ਕਤੀ ਸੰਤੁਲਨ ਦੇ ਵਿੱਚ ਇਸ ਵਿਵਸਥਾ ਦੇ ਵਿੱਚ 4, 5 ਜਾਂ 6, 7 ਰਾਜ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਬਾਕੀ ਰਾਜਾਂ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੁੰਦੇ ਨੇ, ਪਰੰਤੂ ਆਪਸ ਦੇ ਵਿੱਚ ਲਗਭਗ ਬਰਾਬਰ ਹੁੰਦੇ ਨੇ। ਜੇ ਕੋਈ ਰਾਜ ਆਪਣੀ ਸ਼ਕਤੀ ਦੀ ਵਰਤੋਂ ਕਰਕੇ ਆਪਣੀ ਸ਼ਕਤੀ 'ਚ ਹੋਰ ਵਾਧਾ ਕਰਨਾ ਚਾਹੁੰਦਾ ਹੈ, ਆਪਣੇ ਆਲੇ ਦੁਆਲੇ ਦੇ ਛੋਟੇ ਰਾਜਾਂ ਨੂੰ ਹੜੱਪਣਾ ਚਾਹੁੰਦਾ ਹੈ, ਤਾਂ ਦੂਸਰੇ ਜਿਹੜੇ ਸ਼ਕਤੀਸ਼ਾਲੀ ਰਾਜ ਨੇ ਉਸ ਵਿਰੁੱਧ ਇਕਜੁੱਟ ਹੋ ਜਾਂਦੇ ਨੇ। ਜਿਵੇਂ ਇੱਥੇ ਅਸੀਂ ਦੇਖਦੇ ਹਾਂ ਕਿ ਦੁਨੀਆ ਦੇ ਬਾਕੀ ਜਿਹੜੇ ਰਾਜ ਨੇ ਉੱਥੇ ਸਾਨੂੰ ਦਿਖਾਈ ਨਹੀਂ ਦਿੰਦੇ, ਬਹੁਤ ਹੀ ਛੋਟੇ ਨੇ। ਕੁਛ 6 ਰਾਜ ਨੇ ਜਿਹੜੇ ਉਹ ਜ਼ਿਆਦਾ ਸ਼ਕਤੀਸ਼ਾਲੀ ਨੇ। ਇਹਨਾਂ ਦੇ ਵਿੱਚੋਂ ਇੱਕ ਰਾਜ ਹੈ ਜਿਹੜਾ ਉਸ ਨੇ ਕੁਝ ਸਾਧਨਾਂ ਨਾਲ ਆਪਣੀ ਸ਼ਕਤੀ ਦੇ ਵਿੱਚ ਵਾਧਾ ਕਰ ਲਿਆ ਹੈ। ਇਸ ਨੂੰ ਦੀਆਂ ਮਨਮਰਜ਼ੀਆਂ ਤੇ ਰੋਕ ਲਾਉਣ ਲਈ ਬਾਕੀ ਦੇ ਜਿਹੜੇ ਰਾਜ ਨੇ ਇਸ ਵਿਰੁੱਧ ਕੋਈ ਅਲਾਇੰਸ ਬਣਾ ਲੈਂਦੇ ਹਨ, ਕੋਈ ਗਰੁੱਪ ਬਣਾ ਲੈਂਦੇ ਹਨ, ਤਾਂ ਕਿ ਇਹ ਰਾਜ ਆਪਣੀ ਮਨਮਰਜ਼ੀ ਨਾਲ ਆਪਣੀ ਸ਼ਕਤੀ ਦੀ ਵਰਤੋਂ ਨਾ ਕਰ ਸਕੇ। ਵਿਸ਼ਵ ਪੋਲਿਟਿਕਸ ਦੇ ਵਿੱਚ ਕਾਫੀ ਸਮਾਂ ਇਸ ਤਰ੍ਹਾਂ ਦਾ ਰਿਹਾ ਹੈ ਜਦੋਂ ਸ਼ਕਤੀ ਸੰਤੁਲਨ ਨੇ ਵਿਸ਼ਵ ਨੂੰ ਵੱਡੇ ਯੁੱਧਾਂ ਤੋਂ ਬਚਾ ਕੇ ਰੱਖਿਆ ਹੈ। ਵਿਸ਼ੇਸ਼ ਤੌਰ ਤੇ 1815 ਤੋਂ ਲੈ ਕੇ 1914 ਤੱਕ ਦਾ 100 ਸਾਲ ਦਾ ਸਮਾਂ ਹੈ ਜੋ ਉਹ ਸ਼ਕਤੀ ਸੰਤੁਲਨ ਦਾ ਸਮਾਂ ਜਾਂ ਸੁਨਹਿਰੀ ਯੁੱਗ ਮੰਨਿਆ ਜਾਂਦਾ ਹੈ। ਵਰਲਡ ਪਬਲਿਕ ਓਪੀਨੀਅਨ ਜਾਂ ਵਿਸ਼ਵ ਜਨਮਤ ਵੀ ਰਾਜਾਂ ਦੀ ਮਨਮਰਜ਼ੀ ਤੇ ਪ੍ਰਭਾਵਸ਼ਾਲੀ ਰੋਕ ਲਗਾਉਂਦਾ ਹੈ। ਅੱਜ ਕੱਲ੍ਹ ਅੰਤਰਰਾਸ਼ਟਰਵਾਦ ਦਾ ਯੁੱਗ ਹੈ, ਇਨਫੋਰਮੇਸ਼ਨ ਟੈਕਨੋਲੋਜੀ ਦਾ ਯੁੱਗ ਹੈ। ਇਸ ਲਈ ਵਿਸ਼ਵ ਦੇ ਕਿਸੇ ਵੀ ਹਿੱਸੇ ਵਿੱਚ ਕੋਈ ਵੀ ਘਟਨਾ ਵਾਪਰਦੀ ਹੈ ਤਾਂ ਪੂਰੀ ਦੁਨੀਆ ਦੇ ਵਿੱਚ ਉਸ ਸੰਬੰਧੀ ਇਨਫੋਰਮੇਸ਼ਨ ਬੜੀ ਜਲਦੀ ਪਹੁੰਚ ਜਾਂਦੀ ਹੈ। ਜਦੋਂ ਇਨਫੋਰਮੇਸ਼ਨ ਪਹੁੰਚਦੀ ਹੈ ਤਾਂ ਉਸ ਦੇ ਹੱਕ ਵਿੱਚ ਜਾਂ ਉਸ ਦੇ ਵਿਪੱਖ ਵਿੱਚ ਲੋਕਾਂ ਦਾ ਇੱਕ ਓਪੀਨੀਅਨ ਪੈਦਾ ਹੁੰਦਾ ਹੈ, ਜਿਸ ਨੂੰ ਅਸੀਂ ਵਰਲਡ ਪਬਲਿਕ ਓਪੀਨੀਅਨ ਜਾਂ ਵਿਸ਼ਵ ਜਨਮਤ ਕਹਿ ਸਕਦੇ ਹਾਂ। ਜੇ ਕੋਈ ਰਾਜ ਮਨਮਰਜ਼ੀ ਨਾਲ ਆਪਣੀ ਸ਼ਕਤੀ ਦੀ ਵਰਤੋਂ ਕਰਦਾ ਹੈ ਤਾਂ ਇਹ ਵਰਲਡ ਪਬਲਿਕ ਓਪੀਨੀਅਨ ਉਸ ਦੇ ਅਗੇਂਸਟ ਹੋ ਜਾਂਦਾ ਹੈ ਤੇ ਕਿਸੇ ਵੀ ਰਾਜ ਦੀ, ਚਾਹੇ ਉਹ ਜਿੰਨਾ ਮਰਜ਼ੀ ਸ਼ਕਤੀਸ਼ਾਲੀ ਹੋਵੇ, ਕਿਸੇ ਵੀ ਰਾਜ ਕੋਲ ਇੰਨੀ ਜ਼ਿਆਦਾ ਸ਼ਕਤੀ ਨਹੀਂ ਹੁੰਦੀ ਕਿ ਉਹ ਵਿਸ਼ਵ ਜਨਮਤ ਨੂੰ ਬਿਲਕੁਲ ਹੀ ਇਗਨੋਰ ਕਰ ਸਕੇ ਤੇ ਆਪਣੀ ਮਰਜ਼ੀ ਨਾਲ ਆਪਣੀ ਸ਼ਕਤੀ ਦੀ ਵਰਤੋਂ ਕਰ ਸਕੇ। ਕਿਉਂਕਿ ਵਿਸ਼ਵ ਜਨਮਤ ਪਹਿਲਾਂ ਦੂਸਰੇ ਰਾਜਾਂ ਦਾ ਜਨਮਤ ਨਹੀਂ ਹੁੰਦਾ। ਵਿਸ਼ਵ ਜਨਮਤ ਦੇ ਵਿੱਚ ਸ਼ਕਤੀਸ਼ਾਲੀ ਰਾਜ ਦੇ ਆਪਣੇ ਲੋਕਾਂ ਦਾ ਜਨਮਤ ਵੀ ਸ਼ਾਮਲ ਹੁੰਦਾ ਹੈ। ਇਸ ਲਈ ਕਿਸੇ ਵੀ ਰਾਜ ਦੇ ਵਿੱਚ ਇੰਨੀ ਕੈਪੈਸਿਟੀ ਨਹੀਂ ਹੁੰਦੀ ਕਿ ਉਹ ਵਿਸ਼ਵ ਜਨਮਤ ਨੂੰ ਅਤੇ ਆਪਣੇ ਲੋਕਾਂ ਦੇ ਜਨਮਤ ਨੂੰ ਇਗਨੋਰ ਕਰਕੇ ਮਨਮਰਜ਼ੀ ਕਰ ਸਕੇ। ਅਜੋਕੇ ਯੁੱਗ ਵਿੱਚ ਰਾਸ਼ਟਰੀ ਸ਼ਕਤੀ ਤੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਰੋਕ ਕਹੀ ਜਾ ਸਕਦੀ ਹੈ ਸਮੂਹਿਕ ਸੁਰੱਖਿਆ ਜਾਂ ਕਲੈਕਟਿਵ ਸਿਕਿਉਰਿਟੀ। ਇਸ ਦਾ ਸਾਰਾਂਸ਼ ਹੈ ਇੱਕ ਸਾਰਿਆਂ ਲਈ ਅਤੇ ਸਾਰੇ ਇੱਕ ਲਈ, one for all and all for one। ਸਮੂਹਿਕ ਸੁਰੱਖਿਆ ਦਾ ਜੋ ਸਾਧਨ ਹੈ ਸ਼ਕਤੀ ਤੇ ਰੋਕ ਲਗਾਉਣ ਦਾ, ਮਨਮਰਜ਼ੀ ਤੇ ਰੋਕ ਲਗਾਉਣ ਦਾ, ਉਹ ਕੋਈ ਆਟੋਮੈਟਿਕ ਨਹੀਂ ਹੈ ਬੈਲੈਂਸ ਆਫ ਪਾਵਰ ਵਾਂਗ। ਇਸ ਲਈ ਉਪਰਾਲੇ ਕਰਨੇ ਪੈਂਦੇ ਨੇ। ਸਭ ਤੋਂ ਪਹਿਲਾ ਉਪਰਾਲਾ ਹੈ ਕੋਈ ਨਾ ਕੋਈ ਅੰਤਰਰਾਸ਼ਟਰੀ ਸੰਗਠਨ ਜ਼ਰੂਰ ਹੋਣਾ ਚਾਹੀਦਾ ਹੈ ਜੋ ਸਮੂਹਿਕ ਸੁਰੱਖਿਆ ਨੂੰ ਲਾਗੂ ਕਰ ਸਕੇ। ਇਸ ਲਈ ਜਿਹੜੇ ਸਾਡੇ 2 ਵਿਸ਼ਵ ਯੁੱਧ ਹੋਏ ਨੇ ਉਹਨਾਂ ਦੀ ਤਬਾਹੀ ਤੋਂ ਸਬਕ ਲੈਂਦੇ ਹੋਏ ਵਿਸ਼ਵ ਦੇ ਲੋਕਾਂ ਨੇ 2 ਇਸ ਤਰ੍ਹਾਂ ਦੇ ਅੰਤਰਰਾਸ਼ਟਰੀ ਸੰਗਠਨ ਬਣਾਏ ਨੇ। ਪਹਿਲਾ ਸੰਗਠਨ ਬਣਾਇਆ ਸੀ ਰਾਸ਼ਟਰਮੰਡਲ ਜਾਂ ਲੀਗ ਆਫ ਨੇਸ਼ਨ, ਜਿਸ ਨੇ 1920 ਤੋਂ ਕੰਮ ਕਰਨਾ ਸ਼ੁਰੂ ਕੀਤਾ। 1919 ਦੇ ਵਿੱਚ ਇਹ ਬਣਿਆ ਸੀ, ਪਰੰਤੂ ਇਹ ਬਹੁਤਾ ਪ੍ਰਭਾਵਸ਼ਾਲੀ ਨਹੀਂ ਹੋ ਸਕਿਆ ਕਿਉਂਕਿ ਕਈ ਵੱਡੀਆਂ ਪਾਵਰਾਂ ਇਸ ਦੀਆਂ ਮੈਂਬਰ ਨਹੀਂ ਬਣ ਸਕੀਆਂ ਸੀ। ਇਸ ਲਈ ਸੈਕੰਡ ਵਰਲਡ ਵਾਰ ਸ਼ੁਰੂ ਹੋਈ। 1946 ਦੇ ਵਿੱਚ ਰਸਮੀ ਤੌਰ ਤੇ ਇਸ ਨੂੰ ਲਿਕੁਇਡੇਟ ਕਰ ਦਿੱਤਾ ਗਿਆ, ਡਿਸਬੈਂਡ ਕਰ ਦਿੱਤਾ ਗਿਆ। ਦੂਸਰੇ ਵਿਸ਼ਵ ਯੁੱਧ ਤੋਂ ਫਿਰ ਸਬਕ ਲੈਂਦੇ ਹੋਏ ਵਿਸ਼ਵ ਦੀ ਲੀਡਰਸ਼ਿਪ ਨੇ ਸੰਯੁਕਤ ਰਾਸ਼ਟਰ ਦਾ ਗਠਨ ਕੀਤਾ 1945 ਵਿੱਚ, ਜਿਹੜਾ ਹੁਣ ਤੱਕ ਇਹ ਕੰਮ ਕਰ ਰਿਹਾ ਹੈ, ਅਜੇ ਵੀ ਕੰਮ ਕਰ ਰਿਹਾ ਹੈ। ਇਸ ਦੇ ਲਗਭਗ ਸਾਰੇ ਦੇਸ਼ ਮੈਂਬਰ ਨੇ, 193 ਮੈਂਬਰ ਨੇ ਇਸ ਸਮੇਂ ਯੂਨਾਈਟਿਡ ਨੇਸ਼ਨ ਦੇ 2021 ਵਿੱਚ। ਅਤੇ ਇਹਨਾਂ ਦੋਹਾਂ ਹੀ ਸੰਸਥਾਵਾਂ ਦਾ ਜੋ ਮੁੱਖ ਉਦੇਸ਼ ਸੀ ਉਹ ਸੀ ਵਿਸ਼ਵ ਦੇ ਵਿੱਚ ਸ਼ਾਂਤੀ ਕਾਇਮ ਰੱਖਣਾ, ਰਾਜਾਂ ਦੁਆਰਾ ਮਨਮਰਜ਼ੀ ਕੀਤੇ ਜਾਣ ਤੇ ਰੋਕ ਲਗਾਉਣਾ। ਇਸ ਲਈ ਇਹਨਾਂ ਨੇ ਕਈ ਵਿਧੀਆਂ ਅਪਣਾਈਆਂ। ਸਭ ਤੋਂ ਜੋ ਇੰਪੋਰਟੈਂਟ ਵਿਧੀ ਸੀ ਦੋਵਾਂ ਦੁਆਰਾ ਅਪਣਾਈ ਗਈ ਉਹ ਸੀ ਸਮੂਹਿਕ ਸੁਰੱਖਿਆ ਦੀ, ਕਿ ਜੇ ਕੋਈ ਰਾਜ ਹਮਲਾ ਕਰ ਵੀ ਦਿੰਦਾ ਹੈ ਤਾਂ ਬਾਕੀ ਦੇ ਸਾਰੇ ਰਾਜ
ਉਸ ਵਿਰੁੱਧ ਸਮੂਹ ਦੇ ਰੂਪ ਦੇ ਵਿੱਚ ਇਕੱਠੇ ਹੋ ਕੇ ਉਸ ਦੇ ਹਮਲੇ ਦਾ ਜਵਾਬ ਦੇਣਗੇ ਅਤੇ ਜੋ ਪ੍ਰਭਾਵਿਤ ਰਾਜ ਹੈ ਉਸ ਨੂੰ ਜੇਤੂ ਰਾਜ ਦੇ ਤੋਂ ਛੁਡਵਾਉਣ ਲਈ ਸਾਰੇ ਆਪੋ ਆਪਣਾ ਸੈਨਿਕ ਯੋਗਦਾਨ ਪਾਉਣਗੇ ਰਾਸ਼ਟਰਮੰਡਲ ਦੇ ਅਧੀਨ ਅਤੇ ਉਸ ਤੋਂ ਬਾਅਦ ਫਿਰ ਸੰਯੁਕਤ ਰਾਸ਼ਟਰ ਦੇ ਅਧੀਨ। ਸਮੂਹਿਕ ਸੁਰੱਖਿਆ ਦੀ ਵਿਧੀ ਦੀ ਕਈ ਵਾਰ ਵਰਤੋਂ ਕੀਤੀ ਵੀ ਗਈ ਹੈ। ਅਜੋਕੇ ਸਮੇਂ ਦੇ ਵਿੱਚ ਜਦੋਂ ਇਰਾਕ ਨੇ ਕੁਵੈਤ ਤੇ ਹਮਲਾ ਕਰਕੇ ਉਸ ਤੇ ਕਬਜ਼ਾ ਕਰ ਲਿਆ, ਉਸ ਨੂੰ ਆਪਣਾ ਇੱਕ ਪ੍ਰੋਵਿੰਸ ਡਿਕਲੇਅਰ ਕਰ ਦਿੱਤਾ, ਤਾਂ ਯੂਨਾਈਟਿਡ ਨੇਸ਼ਨ ਨੇ ਸਮੂਹਿਕ ਸੁਰੱਖਿਆ ਅਧੀਨ ਕਾਰਵਾਈ ਕਰਦੇ ਹੋਏ ਇਰਾਕ ਤੋਂ ਕੁਵੈਤ ਦਾ ਇਲਾਕਾ ਛੁਡਵਾਇਆ ਸੀ ਅਤੇ ਉਸ ਨੂੰ ਫਿਰ ਤੋਂ ਦੁਬਾਰਾ ਇੱਕ ਪ੍ਰਭੂਸੱਤਾਪੂਰਨ ਸੁਤੰਤਰ ਦੇਸ਼ ਬਣਾਇਆ ਸੀ। ਸਾਰੇ ਰਾਜ ਕੋਸ਼ਿਸ਼ ਕਰਦੇ ਰਹਿੰਦੇ ਨੇ ਕਿ ਆਪਣੇ ਆਪ ਨੂੰ ਜ਼ਿਆਦਾ ਸ਼ਕਤੀਸ਼ਾਲੀ ਕਰਨ ਲਈ ਵੱਧ ਤੋਂ ਵੱਧ ਆਪਣਾ ਸ਼ਸਤਰੀਕਰਨ ਕੀਤਾ ਜਾਵੇ, ਵੱਧ ਤੋਂ ਵੱਧ ਹਥਿਆਰ ਇਕੱਠੇ ਕੀਤੇ ਜਾਣ, ਮਾਰੂ ਕੈਪੈਸਿਟੀ 'ਚ ਵਾਧਾ ਕੀਤਾ ਜਾਵੇ। ਪਰੰਤੂ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਇਹ ਹੋੜ ਬਹੁਤ ਹੀ ਜ਼ਿਆਦਾ ਵੱਧ ਗਈ ਅਤੇ ਫਿਰ ਕੁਝ ਲੀਡਰਸ਼ਿਪ ਨੇ ਇਹ ਸੋਚਣਾ ਸ਼ੁਰੂ ਕੀਤਾ ਕਿ ਸਾਨੂੰ ਹਥਿਆਰਾਂ 'ਤੇ ਕਿਸੇ ਨਾ ਕਿਸੇ ਤਰੀਕੇ ਨਾਲ ਰੋਕ ਲਗਾਉਣੀ ਚਾਹੀਦੀ ਹੈ। ਜਿਹੜੀ ਉਹ ਜਿਹੇ ਅੰਨੀ ਦੌੜ ਹੈ ਰਾਜਾਂ ਵਿਚਕਾਰ ਹਥਿਆਰਾਂ ਦੀ, ਇਸ 'ਤੇ ਕੋਈ ਨਾ ਕੋਈ ਰੋਕ ਲਾਉਣੀ ਚਾਹੀਦੀ ਹੈ। ਫਿਰ ਇਸ ਸੰਬੰਧੀ ਕੁਝ ਸੰਧੀਆਂ ਸਮਝੌਤੇ ਹੋਏ ਜਿਨ੍ਹਾਂ ਅਧੀਨ ਰਾਜ ਜਿਹੜੇ ਸਮਝੌਤੇ ਦੇ ਜਾਂ ਸੰਧੀ ਦੇ ਮੈਂਬਰ ਰਾਜ ਬਣਦੇ ਸੀ ਉਹ ਆਪਣੇ ਆਪ ਮੰਨਦੇ ਸੀ ਕਿ ਅਸੀਂ ਇਨ ਫਿਊਚਰ ਹਥਿਆਰਾਂ ਦੇ ਨਿਰਮਾਣ 'ਤੇ ਕੁਝ ਕਟੌਤੀ ਕਰਾਂਗੇ ਜਾਂ ਜਿਹੜੇ ਐਟ ਪ੍ਰੈਜੈਂਟ ਹਥਿਆਰ ਬਣਾ ਚੁੱਕੇ ਆ ਉਹਨਾਂ ਦੇ ਜ਼ਖੀਰੇ ਦੇ ਵਿੱਚ ਕੁਝ ਕਟੌਤੀ ਕਰਾਂਗੇ। ਇਹਦੇ ਵਿੱਚ ਕਈ ਵੱਡੀਆਂ ਪਾਵਰਾਂ ਇਹਨਾਂ ਸੰਧੀਆਂ ਸਮਝੌਤਿਆਂ ਦੇ ਵਿੱਚ ਸ਼ਾਮਲ ਹੋਈਆਂ। ਇਸ ਲਈ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਜਦੋਂ ਸ਼ੀਤ ਯੁੱਧ ਦਾ ਸਮਾਂ ਚੱਲ ਰਿਹਾ ਸੀ, ਸਾਰੇ ਦੇਸ਼ ਆਪਣੀ ਮਾਰੂ ਕੈਪੈਸਿਟੀ ਨੂੰ ਵਧਾਉਣ ਵਿੱਚ ਲੱਗੇ ਹੋਏ ਸੀ, ਤਾਂ ਨਿਸ਼ਸਤਰੀਕਰਨ ਅਤੇ ਸ਼ਸਤਰ ਕੰਟਰੋਲ ਦੀਆਂ ਜੋ ਮੂਵਮੈਂਟਸ ਚੱਲੀਆਂ ਅੰਤਰਰਾਸ਼ਟਰੀ ਪੱਧਰ ਤੇ ਜੋ ਯਤਨ ਹੋਏ ਇਸ ਖੇਤਰ ਦੇ ਵਿੱਚ, ਉਹਨਾਂ ਨੇ ਹਥਿਆਰਾਂ ਦੀ ਹੋੜ ਵਿੱਚ ਕੁਝ ਨਾ ਕੁਝ ਕਮੀ, ਇਹ ਨਹੀਂ ਕਹਿ ਸਕਦੇ ਸੀ ਕਿ ਉਸ ਨੂੰ ਬਿਲਕੁਲ ਖਤਮ ਕਰ ਦਿੱਤਾ, ਕੁਝ ਨਾ ਕੁਝ ਕਮੀ ਕਰਨ ਦੇ ਵਿੱਚ ਇਸ ਹੋੜ ਦੇ ਵਿੱਚ ਆਪਣਾ ਯੋਗਦਾਨ ਪਾਇਆ। ਲਾਸਟ ਤੇ ਅਸੀਂ ਸਿੱਟਾ ਕੱਢ ਸਕਦੇ ਹਾਂ ਕਿ ਰਾਜ ਪ੍ਰਭੂਸੱਤਾਪੂਰਨ ਬਾਡੀਜ਼ ਹਨ, ਇਸ ਲਈ ਆਪਣੀ ਇੱਛਾ ਅਨੁਸਾਰ ਆਪਣੀ ਸ਼ਕਤੀ ਦੀ ਵਰਤੋਂ ਕਰ ਸਕਦੇ ਹਨ। ਪਰੰਤੂ ਜੇਕਰ ਰਾਜਾਂ ਨੂੰ ਬਿਲਕੁਲ ਖੁੱਲ੍ਹਾ ਛੱਡਿਆ ਜਾਂਦਾ ਹੈ ਆਪਣੀ ਇੱਛਾ ਅਨੁਸਾਰ ਆਪਣੀ ਰਾਸ਼ਟਰੀ ਸ਼ਕਤੀ ਦੀ ਵਰਤੋਂ ਕਰਨ ਲਈ, ਤਾਂ ਇਹ ਵਿਸ਼ਵ ਸ਼ਾਂਤੀ ਲਈ ਖਤਰਨਾਕ ਸਿੱਧ ਹੋ ਸਕਦਾ ਹੈ। ਇਸ ਲਈ ਵਿਸ਼ਵ ਪੱਧਰ ਤੇ ਕੁਝ ਇਸ ਤਰ੍ਹਾਂ ਦੇ ਯਤਨ ਹੋਏ ਹਨ ਜਿਨ੍ਹਾਂ ਨੇ ਰਾਜਾਂ ਦੁਆਰਾ ਮਨਮਰਜ਼ੀ ਨਾਲ ਸ਼ਕਤੀ ਦੀ ਵਰਤੋਂ ਕੀਤੇ ਜਾਣ 'ਤੇ ਕੁਝ ਰੋਕਾਂ ਲਗਾਈਆਂ ਹਨ। ਪਰੰਤੂ ਇਹ ਰੋਕਾਂ ਨੇ ਜਿਹੜੀਆਂ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਨਹੀਂ ਕਹੀਆਂ, ਪੂਰੀਆਂ ਪ੍ਰਭਾਵਸ਼ਾਲੀ ਨਹੀਂ ਕਹੀਆਂ ਜਾ ਸਕਦੀਆਂ, ਕਾਫੀ ਹੱਦ ਤੱਕ ਪ੍ਰਭਾਵਸ਼ਾਲੀ ਨੇ, ਪਰ ਇਹ 100% ਪ੍ਰਭਾਵਸ਼ਾਲੀ ਨਹੀਂ ਕਹੀਆਂ ਜਾ ਸਕਦੀਆਂ। ਜਿਹੜੇ ਕਮਜ਼ੋਰ ਰਾਜ ਨੇ, ਮੀਡੀਓਕਰ ਰਾਜ ਨੇ, ਉਹਨਾਂ ਲਈ ਇਹ ਕਾਫੀ ਪ੍ਰਭਾਵਸ਼ਾਲੀ ਨੇ, ਪਰ ਜਿਹੜੇ ਸ਼ਕਤੀਸ਼ਾਲੀ ਰਾਜ ਨੇ ਉਹ ਇਹਨਾਂ ਰੋਕਾਂ ਦੀ ਕਈ ਵਾਰੀ ਪਰਵਾਹ ਕੀਤੇ ਬਿਨਾਂ ਆਪਣੀ ਰਾਸ਼ਟਰੀ ਸ਼ਕਤੀ ਦੀ ਵਰਤੋਂ ਦਾ ਵਿਖਾਵਾ ਕਰਦੇ ਨੇ। ਅਮਰੀਕਾ ਦੁਆਰਾ ਇਰਾਕ ਦੇ ਵਿੱਚ ਕੀਤੀ ਗਈ ਕਾਰਵਾਈ, ਅਮਰੀਕਾ ਦੁਆਰਾ ਅਫਗਾਨਿਸਤਾਨ ਦੇ ਵਿੱਚ ਕੀਤੀ ਗਈ ਕਾਰਵਾਈ, ਇਹ ਦੋਵੇਂ ਜੋ ਘਟਨਾਵਾਂ ਨੇ ਇਸ ਤੱਥ ਦਾ ਸਬੂਤ ਨੇ ਕਿ ਜੋ ਰੋਕਾਂ ਅੰਤਰਰਾਸ਼ਟਰੀ ਖੇਤਰ ਦੇ ਵਿੱਚ ਰਾਸ਼ਟਰੀ ਸ਼ਕਤੀ ਦੀ ਵਰਤੋਂ 'ਤੇ ਲੱਗੀਆਂ ਹੋਈਆਂ ਹਨ, ਉਹਨਾਂ ਦਾ ਬਹੁਤਾ ਪ੍ਰਭਾਵ ਹੈ ਜਿਹੜਾ ਉਹ ਕਮਜ਼ੋਰ ਰਾਜਾਂ 'ਤੇ, ਘੱਟ ਸ਼ਕਤੀਸ਼ਾਲੀ ਰਾਜ ਹਨ ਉਹਨਾਂ 'ਤੇ ਪ੍ਰਭਾਵ ਜ਼ਿਆਦਾ ਹੈ, ਪਰੰਤੂ ਸ਼ਕਤੀਸ਼ਾਲੀ ਰਾਜਾਂ 'ਤੇ ਇਸ ਦਾ ਪ੍ਰਭਾਵ ਘੱਟ ਹੈ। ਰਾਸ਼ਟਰੀ ਸ਼ਕਤੀ ਦੀ ਵਰਤੋਂ ਮਨਮਰਜ਼ੀ ਨਾਲ ਵਰਤੋਂ 'ਤੇ ਜੋ ਇਹ ਰੋਕਾਂ ਹਨ, ਚਾਹੇ ਉਹ ਰਸਮੀ ਹਨ ਚਾਹੇ ਗੈਰ ਰਸਮੀ ਹਨ, ਮਨੁੱਖਤਾ ਦੀ ਭਲਾਈ ਇਸੇ ਵਿੱਚ ਹੈ, ਵਿਸ਼ਵ ਦੀ ਭਲਾਈ ਇਸੇ ਵਿੱਚ ਹੈ ਕਿ ਇਹਨਾਂ ਰੋਕਾਂ ਦੀ ਵੱਧ ਤੋਂ ਵੱਧ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਤਾਂ ਕਿ ਵਿਸ਼ਵ ਸ਼ਾਂਤੀ ਕਾਇਮ ਰਹਿ ਸਕੇ। ਬਹੁਤ ਬਹੁਤ ਧੰਨਵਾਦ। ਗੁੱਡ ਲੱਕ।